ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਬਾਣੀ ਗੌੜੀ ਰਾਗ ਦੇ ਵਿੱਚ, ਗੌੜੀ ਬੈਰਾਗਣ, ਮਹੱਲਾ ਪਹਿਲਾ, ਅਸ਼ਟਪਦੀਆਂ। ਕੱਲ ਵਿਚਾਰ ਰਹੇ ਸੀ ਆਪਾਂ ਕਿ ਅਕਾਲ ਪੁਰਖ ਵਾਹਿਗੁਰੂ ਨੇ, ਜੋ ਕਿ ਹਰ ਥਾਂ ਆਪ ਮੌਜੂਦ ਹੈ, ਵਰਤ ਰਿਹਾ ਹੈ ਤੇ ਆਪ ਹੀ ਸੰਸਾਰ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ। ਤੇ ਇਸ ਕਰਕੇ ਆਪਾਂ ਵਾਰ-ਵਾਰ ਇਸ ਸੰਸਾਰ ਦੇ ਵਿੱਚ ਜੂਨਾਂ ਭੋਗਦੇ ਹਾਂ। 84 ਲੱਖ ਜੂਨ ਸਾਨੂੰ ਭੋਗਣੀ ਪੈਂਦੀ ਹੈ। ਤੇ ਹੁਣ ਆਪਾਂ ਨਿਬੇੜਾ ਕਰ ਸਕਦੇ ਹਾਂ। ਗੁਰ ਦਾ ਗਿਆਨ ਲੈ ਕੇ, ਆਪੇ ਦਾ ਗਿਆਨ ਲੈ ਕੇ ਤੇ ਪਰਮੇਸ਼ਰ ਨੂੰ ਬੁੱਝ ਸਕਦੇ ਹਾਂ, ਨਾਮ ਨੂੰ ਬੁੱਝ ਸਕਦੇ ਹਾਂ। ਤੇ ਨਾਮ ਬੁੱਝਣ ਦੇ ਨਾਲ ਸਾਡਾ 84 ਲੱਖ ਜੂਨ ਦੇ ਵਿੱਚ ਜੋ ਹਾਵਨ ਜਾਵਨ ਹੈ ਇਹ ਖਤਮ ਹੋ ਜਾਏਗਾ। ਸਤਿਗੁਰੂ ਜੀ ਸਮਝਾਉਂਦੇ ਨੇ, ਸਭ ਆਪੇ ਆਪ ਵਰਤਦਾ, ਆਪੇ ਫਰਮਾਇਆ, ਗੁਰ ਕਿਰਪਾ ਤੇ ਬੂਝੀਐ, ਸਭ ਬ੍ਰਹਮ ਸਮਾਇਆ। ਗੁਰ ਨੂੰ ਲੈ ਕੇ, ਗੁਰ ਨੂੰ ਕਮਾ ਕੇ ਅਸੀਂ ਬੁੱਝ ਸਕਦੇ ਹਾਂ ਕਿ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਹੈ, ਆਪ ਹੀ ਵਰਤ ਰਿਹਾ ਹੈ ਤੇ ਆਪ ਹੀ ਸੰਸਾਰ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ। ਭਰਮ ਦੇ ਵਿੱਚ ਪੈਣ ਕਰਕੇ ਅਸੀਂ ਹਰੀ ਨੂੰ ਨਹੀਂ ਜਾਣ ਸਕੇ, ਪਰਮੇਸ਼ਰ ਨੂੰ ਨਹੀਂ ਜਾਣ ਸਕੇ, ਕਿਉਂਕਿ ਸਾਨੂੰ ਭਰਮ ਛੱਡਣੇ ਪੈਣਗੇ, ਚਿੱਤ ਪ੍ਰਭੂ ਦੇ ਨਾਲ ਜੋੜਨਾ ਪਏਗਾ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਦੀ ਆਪਾਂ ਵਿਚਾਰ ਕਰਦੇ ਹਾਂ। ਰਾਗ ਗੌੜੀ ਗੁਆਰੇਰੀ, ਮਹੱਲਾ ਤੀਜਾ, ਅਸ਼ਟਪਦੀਆਂ। ਪਹਿਲਾਂ ਆਪਾਂ ਵਿਚਾਰੀ ਸੀ ਰਾਗ ਗੌੜੀ ਗੁਆਰੇਰੀ 16 ਅਸ਼ਟਪਦੀਆਂ ਸੀ ਮਹੱਲੇ ਪਹਿਲੇ ਦੀਆਂ। ਫਿਰ 2 ਆਪਾਂ ਵਿਚਾਰ ਕੀਤੀ ਗੌੜੀ ਬੈਰਾਗਣ, ਮਹੱਲੇ ਪਹਿਲੇ ਦੀਆਂ 2 ਅਸ਼ਟਪਦੀਆਂ ਸੀ। ਹੁਣ ਆਪਾਂ ਸ਼ੁਰੂ ਕਰਾਂਗੇ ਮਹੱਲੇ ਤੀਜੇ ਦੀ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ, ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਰਾ ਜੋ ਗਿਆਨ ਹੈ ਇੱਕ ਪਰਮੇਸ਼ਰ ਦਾ ਜੋ ਇੱਕ ਹੀ ਹੈ ਤੇ ਆਪ ਹੀ ਆਪਣਾ ਗਿਆਨ ਕਰਵਾਉਂਦਾ ਹੈ, ਪਰ ਗਿਆਨ ਬਖਸ਼ਿਸ਼ ਕਰਕੇ ਆਪਣੇ ਜਨਾਂ ਦੁਆਰਾ। ਸਤਿਗੁਰ ਪ੍ਰਸਾਦ। ਔਰ ਉਹ ਪੰਕਤੀਆਂ ਵਿਚਾਰਦੇ ਹਾਂ। ਪਹਿਲਾਂ, ਮਨ ਮੁਖ ਸੂਤਕ ਕਬਹਿ ਨਾ ਜਾਏ, ਜਿਚਰ ਸ਼ਬਦ ਨਾ ਪੀਜੈ, ਹਰ ਕੈ ਨਾਏ। ਜਿਹੜੇ ਮਨਮੁਖ ਨੇ ਉਹ ਕਦੇ ਵੀ ਪਵਿੱਤਰ ਨਹੀਂ ਹੋ ਸਕਦੇ। ਉਹਨਾਂ ਦੀ ਅਪਵਿੱਤਰਤਾ ਖਤਮ ਨਹੀਂ ਹੋ ਸਕਦੀ। ਉਹਨਾਂ ਦਾ ਪਤਿਤ ਪੁਨਾ ਖਤਮ ਨਹੀਂ ਹੋ ਸਕਦਾ ਜਦ ਤੱਕ ਉਹ ਗੁਰ ਦੇ ਸ਼ਬਦ ਦਾ ਗਿਆਨ ਨਹੀਂ ਲੈਂਦੇ, ਜਦ ਤੱਕ ਸ਼ਬਦ ਦੇ ਵਿੱਚ ਮਨ ਉਹਨਾਂ ਦਾ ਭਿੱਜਦਾ ਨਹੀਂ ਹੈ। ਜਿਚਰ ਸ਼ਬਦ ਨਾ ਭੀਜੈ, ਹਰ ਕੈ ਨਾਏ। ਜੋ ਹਰੀ ਦਾ ਗਿਆਨ ਹੈ, ਹਰੀ ਦਾ ਨਾਮ ਹੈ, ਗੁਰ ਸ਼ਬਦ ਹੈ,
ਜਦ ਤੱਕ ਮਨ ਉਸ ਵਿੱਚ ਭਿੱਜਦਾ ਨਹੀਂ ਹੈ, ਗਿਆਨ ਨਹੀਂ ਲੈਂਦਾ, ਕਮਾਉਂਦਾ ਨਹੀਂ, ਤੇ ਕਦੇ ਵੀ ਮਨ ਨਿਰਮਲ ਨਹੀਂ ਹੋ ਸਕਦਾ। ਮਨ ਉਸਦਾ ਪਤਿਤ ਰਹੇਗਾ, ਮਨ ਅਪਵਿੱਤਰ ਰਹੇਗਾ। ਇਹ ਜੋ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ ਕਿ ਸੂਤਕ ਕਿਵੇਂ ਲੱਗਦਾ ਹੈ, ਮਨ ਅਪਵਿੱਤਰ ਕਿਵੇਂ ਹੁੰਦਾ ਹੈ। ਮਨ ਕਾ ਸੂਤਕ ਦੂਜਾ ਪਾਓ। ਮਨ ਨੂੰ ਮੈਲ ਲੱਗਦੀ ਹੈ, ਮਨ ਅਪਵਿੱਤਰ ਹੁੰਦਾ ਹੈ ਕਿ ਇਹ ਪਿਆਰ ਕਰਦਾ ਹੈ ਦੂਜੇ ਨਾਲ। ਦੂਜਾ ਕੌਣ ਹੈ? ਇੱਕ ਪਰਮੇਸ਼ਰ ਹੈ ਜੋ ਨਿਰੰਕਾਰ ਹੈ, ਜੋ ਪ੍ਰਕਾਸ਼ ਰੂਪ ਹੈ, ਜੋਤ ਸਰੂਪ ਹੈ, ਤੇ ਦੂਜਾ ਹੈ ਉਸਦੀ ਇਹ ਸਾਜੀ ਹੋਈ ਸ੍ਰਿਸ਼ਟੀ, ਕੁਦਰਤ, ਜੋ ਆਪ ਪ੍ਰਭੂ ਨੇ ਸਾਜੀ ਹੈ। ਸਾਜੀ ਆਪਣੇ ਨਾਮ ਤੋਂ ਹੈ, ਪਰ ਹੈ ਦੂਜੀ। ਇਸ ਕਰਕੇ ਉਨੀ ਦੇਰ ਮਤਲਬ ਸਮਝਾਉਂਦੇ ਨੇ ਮਨ ਸੂਤਕ ਹੈ ਜਿੰਨੀ ਦੇਰ ਨਿਰੰਕਾਰ ਨੂੰ ਭੁੱਲ ਕੇ ਇਹ ਦੂਜੇ ਨਾਲ ਜੁੜਿਆ ਹੈ। ਜਦੋਂ ਅਸੀਂ ਨਿਰੰਕਾਰ ਨੂੰ ਜਾਣ ਲੈਂਦੇ ਹਾਂ, ਹਰੀ ਨੂੰ ਜਾਣ ਲੈਂਦੇ ਹਾਂ, ਫਿਰ ਇਹ ਜਿਹੜੀ ਸ੍ਰਿਸ਼ਟੀ ਕੁਦਰਤ ਹੈ, ਫਿਰ ਇਸ ਦੇ ਵਿੱਚ ਵੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਫਿਰ ਇਹ ਵੀ ਹਰੀ ਦਾ ਰੂਪ ਹੋ ਜਾਂਦੀ ਹੈ। ਫਿਰ ਸਾਰਾ ਕੁਛ ਹੀ ਹਰੀ ਦਾ ਰੂਪ ਹੈ। ਲੇਕਿਨ ਜਦ ਤੱਕ ਭੁੱਲੇ ਹਾਂ, ਉਦੋਂ ਤੱਕ ਜਦ ਤੱਕ ਗੁਰ ਸ਼ਬਦ ਨਹੀਂ ਲੈਂਦੇ, ਉਦੋਂ ਤੱਕ ਅਸੀਂ ਦੂਜੇ ਨਾਲ ਜੁੜੇ ਹਾਂ, ਦੂਜੇ ਨਾਲ ਪਿਆਰ ਕਰਦੇ ਹਾਂ। ਪਰਮੇਸ਼ਰ ਨੂੰ ਭੁੱਲ ਕੇ ਉਨੀ ਦੇਰ ਮਨ ਜਿਹੜਾ ਹੈ ਸਾਡਾ ਅਪਵਿੱਤਰ ਹੈ। ਸਭੋ ਸੂਤਕ ਜੇਤਾ ਮੋਹ ਆਕਾਰ। ਇਹ ਸੰਸਾਰ ਹੈ ਜਿਹੜਾ ਆਕਾਰ ਹੈ, ਇੱਕ ਨਿਰੰਕਾਰ ਹੈ, ਦੂਜਾ ਆਕਾਰ ਹੈ। ਜਿੰਨੀ ਦੇਰ ਮਨ ਆਕਾਰਾਂ ਦੇ ਨਾਲ ਮੋਹ ਵਿੱਚ ਫਸਿਆ ਹੈ, ਨਿਰੰਕਾਰ ਨੂੰ ਭੁੱਲਿਆ ਹੈ, ਤੇ ਉਨੀ ਦੇਰ ਸਾਰਾ ਕੁਛ, ਕਿਉਂਕਿ ਸੰਸਾਰ ਜਿਹੜਾ ਹੈ ਸੂਤਕ ਹੈ, ਅਪਵਿੱਤਰ ਹੈ। ਇੱਥੇ ਸਿਰਫ ਤੇ ਸਿਰਫ ਜੇ ਨਿਰਮਲ ਹੈ ਤਾਂ ਪਰਮੇਸ਼ਰ ਤੇ ਉਸਦਾ ਨਾਮ ਨਿਰਮਲ ਹੈ। ਉਸ ਤੋਂ ਬਿਨਾਂ ਸਾਰਾ ਕੁਛ ਅਪਵਿੱਤਰ ਹੈ, ਮੈਲਾ ਹੈ। ਜਿਸ ਨੂੰ ਸਤਿਗੁਰੂ ਸਮਝਾਉਂਦੇ ਨੇ, ਇਸ ਜਗ ਮੈਂ ਰਾਮ ਨਾਮ ਹਰ ਨਿਰਮਲਾ, ਹੋਰ ਮੈਲਾ ਸਭ ਆਕਾਰ। ਉਸਦਾ ਨਾਮ ਹੀ ਨਿਰਮਲ ਹੈ, ਉਸ ਤੋਂ ਬਾਅਦ ਬਿਨਾਂ ਹੋਰ ਸਾਰਾ ਕੁਛ। ਚਾਹੁੰਦੇ ਨੇ ਕਿ ਸੰਸਾਰ ਆਕਾਰਾਂ ਦਾ ਜਿਹੜਾ ਮੋਹ ਹੈ, ਇਹ ਸਾਰਾ ਕੁਛ ਸੂਤਕ ਹੈ। ਮਰ ਮਰ ਜੰਮੈ ਬਾਰੋ ਬਾਰ। ਜਦ ਤੱਕ ਇਹਨਾਂ ਦੇ ਮੋਹ 'ਚ ਫਸਿਆ ਹੈ ਸਾਡਾ ਮਨ, ਤੇ ਸਾਨੂੰ ਬਾਰ ਬਾਰ ਸੰਸਾਰ ਦੇ ਵਿੱਚ ਆਉਣਾ ਪਏਗਾ, ਮਰ ਮਰ ਕੇ ਜੰਮਣਾ ਪਏਗਾ। ਫਿਰ ਨਵਾਂ ਸਰੀਰ ਮਿਲੇਗਾ, ਫਿਰ ਉਹ ਨਾਸ ਹੋ ਜਾਏਗਾ, ਫਿਰ ਨਵਾਂ ਸਰੀਰ ਮਿਲੇਗਾ ਮਨ ਨੂੰ। ਸੂਤਕ ਅਗਨ ਪੌਣੈ ਪਾਣੀ ਮਾਹੇ। ਸੂਤਕ ਜੋ ਹੈ, ਅਪਵਿੱਤਰਤਾ ਜੋ ਹੈ, ਉਹ ਅਗਨ ਵਿੱਚ ਵੀ ਹੈ, ਉਹ ਪੌਣੇ ਵਿੱਚ ਵੀ ਹੈ, ਤੇ ਪਾਣੀ ਵਿੱਚ ਵੀ ਹੈ। ਹਰ ਇੱਕ ਚੀਜ਼ ਦੇ ਵਿੱਚ ਅਪਵਿੱਤਰਤਾ ਹੈ। ਸੂਤਕ ਭੋਜਨ ਜੇਤਾ ਕਿਛ ਖਾਹੇ। ਜੋ ਵੀ ਅਸੀਂ ਖਾਂਦੇ ਹਾਂ, ਤਨ ਦਾ ਜਿਹੜਾ ਭੋਜਨ ਹੈ, ਜੋ ਵੀ ਆਪਾਂ ਖਾਂਦੇ ਹਾਂ, ਉਹ ਸਾਰਾ ਕੁਛ ਸੂਤਕ ਹੈ। ਸੂਤਕ ਕਰਮ ਨਾ ਪੂਜਾ ਹੋਏ। ਜਿੰਨੀ ਦੇਰ ਅਸੀਂ ਇਹ ਸਾਰਾ ਕੁਛ ਸੂਤਕ ਦੇ ਨਾਲ ਜੁੜਿਆ ਹੈ ਮਨ ਸਾਡਾ, ਉਨੀ ਦੇਰ ਪ੍ਰਭੂ ਦੀ ਪੂਜਾ ਨਹੀਂ ਹੁੰਦੀ, ਪ੍ਰਭੂ ਦੀ ਭਗਤੀ ਨਹੀਂ ਹੁੰਦੀ, ਹਰੀ ਦੀ, ਰਾਮ ਦੀ ਪੂਜਾ ਨਹੀਂ ਹੁੰਦੀ। ਨਾਮ ਰਤੇ ਮਨ ਨਿਰਮਲ ਹੋਏ। ਮਨ ਜਿਹੜਾ ਹੈ ਇਹ ਨਿਰਮਲ ਕਦੋਂ ਹੁੰਦਾ ਹੈ? ਜਦੋਂ ਨਾਮ ਦੇ ਵਿੱਚ ਰਤਿਆ ਜਾਂਦਾ ਹੈ। ਉਹਨਾਂ ਦਾ ਮਨ ਨਿਰਮਲ ਹੈ। ਉਹਨਾਂ ਤੋਂ ਆਪਾਂ ਜਿਨ੍ਹਾਂ ਦਾ ਮਨ ਨਿਰਮਲ ਹੈ, ਜਿਹੜੇ ਨਾਮ ਚ ਰਤੇ ਨੇ, ਉਹ ਗੁਰ ਦਿੰਦੇ ਨੇ, ਗੁਰ ਸ਼ਬਦ ਦਾ ਗਿਆਨ ਦਿੰਦੇ ਨੇ। ਤੇ ਸਾਡਾ ਮਨ ਜਦੋਂ
ਕਮਾਉਂਦਾ ਹੈ, ਉਸ ਵਿੱਚ ਭਿੱਜਦਾ ਹੈ, ਫਿਰ ਹੀ ਸੂਤਕ ਸਾਡਾ ਖਤਮ ਹੁੰਦਾ ਹੈ। ਮਨ ਦਾ ਸੂਤਕ ਖਤਮ ਹੁੰਦਾ ਹੈ। ਸਤਿਗੁਰ ਸੇਵਿਆ ਸੂਤਕ ਜਾਏ। ਸਤਿਗੁਰ ਦੀ ਸੇਵਾ ਕੀਤਿਆਂ ਹੀ ਸੂਤਕ ਖਤਮ ਹੁੰਦਾ ਹੈ, ਅਪਵਿੱਤਰਤਾ ਖਤਮ ਹੁੰਦੀ ਹੈ ਤੇ ਮਨ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਮਰੇ ਨਾ ਜਨਮੈ ਕਾਲ ਨਾ ਖਾਏ। ਨਾ ਤਾਂ ਇੱਥੇ ਇਸ ਨੂੰ ਕਾਲ ਜਿਹੜਾ ਹੈ ਤ੍ਰੈਗੁਣੀ ਵਿਚਾਰਾਂ ਇਸ ਨੂੰ ਆਪਣੇ ਬੰਧਨਾਂ 'ਚ ਪਾ ਸਕਦਾ ਹੈ ਤੇ ਨਾ ਇਸ ਨੂੰ ਫਿਰ ਜੂਨਾਂ ਦੇ ਵਿੱਚ ਜਾਣਾ ਪਏਗਾ, ਜਨਮ ਮਰਨ ਤੋਂ ਰਹਿਤ ਹੋ ਜਾਏਗਾ ਜੇ ਸਤਿਗੁਰ ਦੀ ਸੇਵਾ ਕਰਦੇ ਹਾਂ। ਸਾਸਤ ਸਿਮਰਤ ਸੋਧ ਦੇਖੋ ਕੋਈ। ਤੇ ਸਮਝਾਉਂਦੇ ਨੇ ਵੀ ਸ਼ਾਸਤਰਾਂ ਨੂੰ ਸਿਮਰਤਾਂ ਨੂੰ ਸੋਧ ਕੇ ਦੇਖੋ। ਕੋਈ ਵੀ ਦੇਖ ਲੋ, ਬਿਨ ਨਾਵੈ ਕੋ ਮੁਕਤ ਨਾ ਹੋਏ। ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ, ਕਿਉਂਕਿ ਸ਼ਾਸਤਰਾਂ ਵਿੱਚ, ਵੇਦਾਂ ਦੇ ਵਿੱਚ ਸਮਝਾਇਆ ਗਿਆ ਹੈ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਹੋਰ ਸਭ ਕੂੜ ਗਾਲੇ ਹੋਸ਼ੀਆਂ। ਨਾਮ ਤੋਂ ਬਿਨਾਂ ਸਭ ਹੋਸ਼ੀਆਂ ਗੱਲਾਂ ਨੇ। ਨਾਮ ਤੋਂ ਬਿਨਾਂ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ। ਐਸ ਯੁੱਗ ਤੋਂ ਨਹੀਂ, 4 ਯੁੱਗਾਂ ਤੋਂ, ਸਤਯੁਗ ਤੋਂ ਹੀ ਜਿਹੜੀ ਗੁਰ ਸ਼ਬਦ ਦੀ ਵਿਚਾਰ ਹੈ, ਇਹ ਨਾਮ ਜੋ ਹੈ ਉੱਤਮ ਹੈ। ਨਾਮ ਦੀ ਵਿਚਾਰ, ਗੁਰ ਦੀ ਵਿਚਾਰ, ਗੁਰ ਸ਼ਬਦ ਦੀ ਵਿਚਾਰ ਜਿਹੜੀ ਹੈ 4 ਯੁੱਗਾਂ ਤੋਂ ਉੱਤਮ ਹੈ, ਕਿਉਂਕਿ ਗੁਰ ਸਾਡਾ ਇੱਕੋ ਹੈ। ਯੁੱਗਾਂ ਤੋਂ ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝੇ ਹੋ ਹਮਾਰਾ। ਕਲ ਮੈਂ ਗੁਰਮੁਖ ਉਤਰਸ ਪਾਰ। ਹੁਣ ਕਲਯੁਗ ਹੈ, ਚੌਥਾ ਯੁੱਗ ਹੈ। ਇੱਥੇ ਗੁਰਮੁਖ ਗੁਰ ਦਾ ਗਿਆਨ ਲੈ ਕੇ, ਗੁਰ ਮੁਖ ਤੋਂ ਹੀ ਦਿੱਤਾ ਜਾਂਦਾ ਹੈ, ਰਸਨਾ ਦੁਆਰਾ ਦਿੱਤਾ ਜਾਂਦਾ ਹੈ। ਲਿਆ ਜਾਂਦਾ ਕਿੱਥੇ? ਮੁਖ ਤੇ। ਜੋ ਗੁਰ ਹੈ ਮੁਖ ਤੇ ਲਿਆ ਜਾਂਦਾ ਹੈ। ਰਸਨਾ ਦੁਆਰਾ ਜੀਵ ਦੱਸਦਾ ਹੈ, ਕੰਨਾਂ ਦੁਆਰਾ ਅਸੀਂ ਸੁਣਨਾ ਹੈ, ਨੇਤਰਾਂ ਦੁਆਰਾ ਵੇਖਣਾ ਹੈ ਤੇ ਫਿਰ ਸਤਿਗੁਰ ਦੇ ਨਾਲ ਰੱਤੇ ਜਾਣਾ ਹੈ, ਤਾਂ ਕਿ ਸਾਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਵੇ। ਪਰ ਜਿਹੜਾ ਗੁਰ ਦਿੰਦੇ ਨੇ ਉਹ ਵਿਰਲੇ ਵਿਰਲੇ ਜੀਵ ਨੇ ਜਿਨ੍ਹਾਂ ਕੋਲ ਉੱਤਮ ਮਤ ਹੈ, ਜਿਸਨੂੰ ਆਪਾਂ ਪੜ੍ਹਦੇ ਹਾਂ ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ, ਜਗ ਮਹਿ ਉੱਤਮ ਕਾਢੀਐ ਵਿਰਲੇ ਕਈ ਕੇ। ਸਾਚਾ ਮਰੇ ਨਾ ਆਵੇ ਜਾਏ। ਜਦੋਂ ਅਸੀਂ ਪਾਰ ਹੋ ਜਾਂਦੇ ਹਾਂ ਗੁਰ ਦੀ ਮੱਤ ਲੈ ਕੇ, ਉਹ ਸ਼ਬਦ ਦੀ ਵਿਚਾਰ ਕਰਦੇ ਹਾਂ ਜਿਹੜੀ 4 ਯੁੱਗਾਂ ਤੋਂ ਉੱਤੋਂ ਵਿਚਾਰ ਹੈ, ਤੇ ਫਿਰ ਸੱਚ ਦੇ ਨਾਲ ਮਿਲਾਪ ਹੋ ਜਾਂਦਾ ਹੈ, ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਿਹੜਾ ਮਰਦਾ ਜੰਮਦਾ ਨਹੀਂ ਹੈ, ਜਿਹੜਾ ਆਵਣ ਜਾਵਣ ਦੇ ਵਿੱਚ ਨਹੀਂ ਹੈ। ਤੇ ਫਿਰ ਮਨ ਉਸ ਸੱਚ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਨਾਨਕ ਗੁਰਮੁਖ ਰਹੇ ਸਮਾਏ। ਜਿਹੜੇ ਜੀਵ ਉਸ ਨੂੰ ਜਾਣ ਲੈਂਦੇ ਨੇ, ਉੱਚ ਸਮਾ ਜਾਂਦੇ ਨੇ, ਉਹ ਫਿਰ ਸਾਨੂੰ ਦੱਸਦੇ ਨੇ, ਗਿਆਨ ਦਿੰਦੇ ਨੇ, ਦੋਨਾਂ ਰੂਪਾਂ ਦੀ ਪਹਿਚਾਣ ਹੁੰਦੀ ਹੈ। ਜਦੋਂ ਮਨ ਨੂੰ ਸੂਤਕ ਹੈ, ਮਨ ਅਪਵਿੱਤਰ ਹੈ, ਮਨ ਅਸਥੂਲ ਹੈ, ਮਨ ਹਉਮੈ ਕਰਕੇ ਮੈਲ, ਹਉਮੈ ਦੀ ਮੈਲ ਕਰਕੇ ਅਸਥੂਲ ਹੈ, ਉਸ ਰੂਪ ਨੂੰ ਵੀ ਅਸੀਂ ਦੇਖਦੇ ਹਾਂ। ਫਿਰ ਗੁਰ ਦਾ ਗਿਆਨ ਲੈ ਕੇ ਜਦੋਂ ਅਸੀਂ ਧਿਆਉਂਦੇ ਹਾਂ ਤੇ ਜਿਹੜਾ ਮਨ ਦਾ ਨਿਰਮਲ ਰੂਪ ਹੈ, ਪਵਿੱਤਰ ਰੂਪ ਹੈ, ਪਾਕ ਰੂਪ ਹੈ, ਉਸ ਦੇ ਵੀ ਅਸੀਂ ਦਰਸ਼ਨ ਕਰਦੇ ਹਾਂ, ਜੋ ਕਿ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਆਓ ਅਗਲਾ ਸ਼ਬਦ ਵਿਚਾਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਤੀਜੇ ਦਾ ਸ਼ਬਦ ਹੈ
और हो पंक्तियां पहला विचारते हाँ। पंडित हर पढ़ तजो विकारा, गुरमुख भौजल उतरो पारा। पंडित पंडित किस नूं कहंदे हाँ? पंडित हुंदे ने जिहड़े विद्वान, क्योंकि आम असी पंडित एक धर्म दे ज्ञानियां नूं कह देंदे हाँ, लेकिन पंडित हुंदा है विद्वान। अपनी अपनी भाषा दे विच वखरे वखरे शब्द ने जिसदे अर्थ होए हुंदे ने। हुण उन समझाउंदे ने कि तू विकारां नूं छड्ड, पहलां तां त्रै गुणी विचारां ने जिहड़ियां इन्हां नूं छड्ड दे, बैर विरोध नूं छड्ड दे। तू पढ़ना है जे ते फिर तू हरि दा ज्ञान लै। वेदां शास्त्रां नूं पढ़ना है तो उस विच ये पढ़ के असी परमेश्वर नूं मिलना किवें है, हरि नूं मिलना किवें है। जदों असी वेदां शास्त्रां नूं पढ़ांगे, पढ़दे हाँ, तो फिर सानू सोच आउंदी है कि साधु संतां तक संग करके गुर लैना है। गुर नूं कमा के असी भवसागर नूं पार करते हाँ। गुरमुख भौजल उतरो पार, मुख ते गुर लैके ही भवजल तो पार हो जाइदा है। हो जाओ ते ए विकारां नूं छड्ड दिओ, पढ़ के गुर दा ज्ञान लो। ये रहो पंक्तियां ने। आओ शब्द शुरू करते हाँ। गुरमुख सेवा प्राण आधारा। फिर असी सेवा कित्थे करते हाँ? जिहड़े गुरमुख ने, जिन्हां दे कोल गुर है, मुख ते गुर लिया है, वो अपने प्राणां नूं आधार बना लेंदे ने। क्योंकि सेवा शुरू कित्थों हुंदी है? जित्थों परमेश्वर सानू श्वास दे के जिंदा रखता है। जदों मन उस पॉइंट ते जांदा है जित्थों सानू प्राण आउंदा है, प्राण असी लैंदे हाँ, फिर बाहर आउंदा है, उस नूं सब तो पहला आधार बनाउंदे हाँ। उत्थे सेवा करता है मन। हर जियो राखो हिरदै और धारा। तो उत्थों ही हिरदे विच प्रवेश कर जाइदा है, ते हिरदे दे विच आप मालक वस जांदा है। उसनूं हिरदे च वसा लैंदे हाँ, जां हिरदे च प्रगट हो जांदा है वो प्रभु, ते उसनूं हिरदे विच असी देखते रहिंदे हाँ। गुरमुख उत्थे दर्शन करते ने। गुरमुख सोभा सच द्वारा। गुरमुखां नूं सच्चा द्वारा प्रगट हो जाता है, इस करके वो शोभा करते ने, प्रभु की सिफ सलाह करते ने, प्रभु का ज्ञान देते ने कि किवें ऐसे प्रभु नूं मिल सकते हाँ, किवें उसके दर्शन कर सकते हाँ, किहड़ा रस्ता है जिस द्वारा आपां अपने हिरदे दे विच प्रवेश कर सकते हाँ। गुरमुख विचों हौ मै जाए। जदों गुर लैंदे हाँ मुख ते उसदे जना दे कोलों, ते फिर मन एक दृष्ट हो जाता, हौ में मन दी खत्म हो जाती है, निराकार रूप हो जाता है मन। गुरमुख मैल न लागे आए। फिर जदों मन प्रकाश रूप हो जाता, हौ में खत्म हो जाती है, फिर प्रकाश नूं गुर द्वारा असीं धो लैंदे मन नूं, फिर मन नूं मैल नहीं लगती। गुरमुख नाम बसा मन आए। जदों गुरमुख दा मन निर्मल हो जाता है, मैल नहीं लगती, हौ में खत्म हो जाती है, फिर नाम मन दे विच आके बस जाता है। पर बसता किवें है? गुर नूं कमाउण दे नाल। जिन्हां दे मन विच वसिया है वो सानू ज्ञान देंदे ने भी इस तरीके नाल आपां प्रवेश करना है, इस तरीके नाल ध्याना है, ते इवें आके प्रभु साडे मन विच वासा करता है। गुरमुख कर्म धर्म सच होई। गुरमुख दा कर्म भी की है, धर्म भी की है, सच परमेश्वर दी भगती। क्योंकि सच की है? प्रभु दा नाम ते प्रभु आप। ये दो चीज़ां सच ने। प्रभु सच है, उसका नाम भी
सच है ते उस तो बिना सारा कुछ झूठ है। जो भी आपां देखते हाँ बाकी सारा एक सुपने की न्याई है। जिसनों 9वें पातशाह समझाउंदे ने, ज्यों सुपना अर पेखना ऐसे जग को जान, इनमें किछ साचो नहीं नानक बिन भगवान। उस प्रभु तो बिना कुछ भी सच्चा नहीं। उस आप सच्चा है, उसका नाम सच्चा है। जदों साडा मन नाम नाल जुड़ जाता है फिर मन भी साडा सच्चा हो जाता है। अपना मन प्रबोधो बूझो सोई। जदों असी पहला अपने मन के बारे सोची लेंदे, अपना मन का ज्ञान लेंदे हाँ कि मन नूं किवें देखना है, मन नूं किवें निर्मल करना है, फिर सानू सारी सोझी हो जाती है। क्योंकि जे मन का ही नहीं ज्ञान लिया, मन की है, मन कित्थे है, मन नूं किवें देखना है, किहड़ा रूप स्थूल है मन का, किहड़ा पर किवें प्रकाश रूप होना है, जे सारा आपां ज्ञान नहीं लैंदे असी ना नाम नूं बुझ सकते ते ना प्रभु नूं बुझ सकते हाँ। इस करके मेरा समझाउंदे ने, पहला अपने मन का ज्ञान लो, अपने मन प्रबोधो, फिर तुसी बुझ जाओगे। लोक समझावो सुने ना कोई। जे लोग एक दूजे नूं समझाउंदे ने, आम लोग समझाउंदे ने, उन्हां तो आपां ज्ञान नहीं लेना। क्योंकि ज्ञान सानू कौन देगा है, उन्हां तो ना सुनो जी आम लोग सुनाउंदे ने ये गल्लां, क्योंकि उन्हां नूं पता नहीं है। गुरमुख समझो सदा सुख होई। जे उन्हां जनां तो जिन्हां ने उस नूं जाणिया है उन्हां तो आपां समझूंगे। समझना किवें हुंदा है कि गल्लां दे नाल नहीं, ਉਹ सानू प्रभु नूं जानन दा तरीका दसणगे। ਉਹ ਜਿਹੜਾ ਗਿਆਨ है नेत्रां दे विच पाउणगे, जिहदे द्वारा सानू अपने मन दे सोझी होएगी। क्योंकि नहीं तो कथा कहानियां बहुत करते ने, सुना दित्ती आपां सुन लई, लेकिन ज्ञान नहीं होया जब तक असी एक गुर नहीं लैंदे, सोझी नहीं होनी। इस करके समझाउंदे ने कि आम बंदे तो ना सुनो जे वो समझाउंदा, क्योंकि सुनो किस तो जो सानू उस प्रभु नूं देखण दा ज्ञान देंदा, अपने आप नूं समझण दा ज्ञान देंदा है। ਉਹਦੇ ਨਾਲ सदा सुख प्राप्त होएगा। गुरमुख समझो सदा सुख होई। मनमुख डांप बहुत चतुराई। ਜਿਹੜੇ मनमुख ने, ਜਿਹੜੇ अपनी मत नाल चलदे ने, उन्हां दे अंदर बहुत सियाणप हन। वो हंकारी लोग हुंदे ने, अपने आप नूं दिखावा करदे ने, सियाणे बनदे ने। जो किश कमावै सो थाए ना पाई। वो जो भी करते ने थाए नहीं पैंदी, क्योंकि वो करते ही दिखावे दे वास्ते ने, बड़ी सियाणप दे नाल। जिथे अपना घर है उत्थे अपनी सियाणप नहीं चलती, क्योंकि उत्थे तक गुर दा शब्द ही सानू लिजा सकता है। सहज सियाणपां लख होए तां इक न चलै नाल। आवे जावे ठौर ना खाई। कहते ऐसे जीव फिर जेड़े ने आवन जावन दे विच पए रहणगे, उन्हां नूं दरगाह दे विच थां प्राप्त नहीं होएगी। मनमुख कर्म करे बहुत अभिमाना। मनमुख लोग ने जेड़े वो कोई भी कर्म करते ने, क्योंकि हंकार दे विच करते ने, अभिमान दे विच करते ने। वो दिखाउंदे ने कि मैं ये किश कीता है, मैं ये करदा हाँ। क्योंकि जब तक जीव ये समझदा है मैं ये करदा हाँ, मैं कुछ करदा हाँ, उन्नी देर खुद ही वो बंधन दे विच फसिया होया है। खुद ही वो गर्भ जूना दे विच पिया रहेगा, भरम दे विच पिया होया है। जे महाराज समझाउंदे ने, जब यह जाने मैं किश करता तब लग गर्भ जोन में फिरता। जब यह जाने मुझ ते किश हुआ बाद्यो ज्योनि लीनी परम सुआ।
ਕਹਿੰਦੇ ਉੱਥੇ ਵੀ ਇਹ ਭਰਮ ਦੇ ਵਿੱਚ ਪੈ ਜਾਂਦਾ, ਜਿਵੇਂ ਤੋਤਾ ਭਰਮ 'ਚ ਪੈ ਜਾਂਦਾ ਹੈ। ਇੱਦਾਂ ਹੀ ਇਹ ਜੀਵ ਜਦ ਕਹਿੰਦਾ ਮੇਰੇ ਤੋਂ ਕੁਛ ਹੋਇਆ ਹੈ, ਮੈਂ ਕੁਛ ਕੀਤਾ ਹੈ ਜਾਂ ਮੈਂ ਕੁਛ ਕਰਦਾ ਹਾਂ, ਖੁਦ ਬੰਧਨ ਦੇ ਵਿੱਚ ਪੈ ਜਾਂਦਾ ਹੈ, ਭਰਮ ਦੇ ਵਿੱਚ ਪੈਂਦਾ ਹੈ। ਬੱਗ ਜਿਉਂ ਲਾਏ ਬਹਿ ਨਿਤ ਧਿਆਨਾ, ਤੇ ਧਿਆਨ ਕਿਵੇਂ ਲਾਉਂਦਾ ਹੈ? ਬਗਲੇ ਦੀ ਤਰ੍ਹਾਂ। ਦੇਖਦਾ ਕੀ ਹੈ? ਧਿਆਨ ਮਾਇਆ 'ਚ ਹੁੰਦਾ ਹੈ। ਲੱਗਦਾ ਹੈ ਕਿ ਅੱਖਾਂ ਮੀਚੀ ਬੈਠਾ, ਲੇਕਿਨ ਮਨ ਕਿੱਥੇ ਘੁੰਮਦਾ ਹੁੰਦਾ ਹੈ? ਮਾਇਆ ਦੇ ਵਿੱਚ। ਅੰਦਰ ਮਾਇਆ ਦਾ ਲੋਭ ਹੈ, ਬਾਹਰ ਦਿਖਾਵਾ ਕਰਦਾ ਹੈ ਗਿਆਨ ਧਿਆਨ ਦਾ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਐਸੀ ਅਵਸਥਾ ਹੁੰਦੀ ਹੈ। ਜਮ ਪਕੜਿਆ ਤਬ ਹੀ ਪਛਤਾਨਾ। ਕਹਿੰਦੇ ਜਦੋਂ ਐਸੇ ਜੀਵ ਜਿਹੜੇ ਬਗਲੇ ਦੀ ਤਰ੍ਹਾਂ ਧਿਆਨ ਲਾਉਂਦੇ ਨੇ ਡੱਡੀਆਂ ਮੱਛੀਆਂ ਨੂੰ ਲੱਭਣ ਵਾਸਤੇ, ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਲੁੱਟਣ ਦੇ ਵਾਸਤੇ, ਤੇ ਐਸੇ ਜੀਵਾਂ ਨੂੰ ਉਦੋਂ ਹੀ ਪਤਾ ਚੱਲਦਾ ਹੈ ਜਦੋਂ ਫਿਰ ਜਮ ਪਕੜ ਲੈਂਦੇ ਨੇ ਆ ਕੇ, ਫਿਰ ਪਛਤਾਉਣਾ ਪੈਂਦਾ ਹੈ। ਜਮ ਪਕੜਿਆ ਤਬ ਹੀ ਪਛਤਾਨਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ। ਸਤਿਗੁਰ ਦੀ ਸੇਵਾ ਕੀਤੇ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮੁਕਤੀ ਕਿਸ ਤੋਂ ਮਿਲਦੀ ਹੈ? ਸਤਿਗੁਰ ਤੋਂ, ਕਿਉਂਕਿ ਸਤਿਗੁਰ ਸਾਨੂੰ ਨਾਮ ਤਨ ਦਿੰਦਾ ਹੈ। ਨਾਮ ਦੁਆਰਾ ਅਸੀਂ ਮੁਕਤ ਹੁੰਦੇ ਹਾਂ। ਬਿਨ ਸਤਿਗੁਰ ਕੋ ਨਾਉ ਨਾ ਪਾਵੈ, ਬਿਨ ਨਾਵੈ ਕੋ ਮੁਕਤ ਨ ਪਾਏ। ਪ੍ਰਭ ਐਸੀ ਬਣਤ ਬਣਾਈ ਹੈ। ਪ੍ਰਭੂ ਨੇ ਐਸੀ ਬਣਤ ਬਣਾਈ ਹੋਈ ਹੈ ਕਿ ਸਤਿਗੁਰ ਤੋਂ ਬਿਨਾਂ ਸਾਨੂੰ ਨਾਮ ਨਹੀਂ ਮਿਲਦਾ, ਤੇ ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਐਸੀ ਬਣਤ ਬਣਾਈ ਹੈ। ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰ ਦੀ ਕਿਰਪਾ ਨਾਲ ਹੀ ਹਰੀ ਦੇ ਨਾਲ ਮਿਲਾਪ ਹੁੰਦਾ ਹੈ, ਪਰ ਉਹ ਗੁਰ ਸੱਚਾ ਗੁਰ ਹੈ। ਸਤਿਗੁਰ ਦੇ ਨਾਲ ਹੀ, ਸਤਿਗੁਰ ਨੂੰ ਮਿਲਿਆ ਹੀ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੁੰਦਾ। ਉਸ ਦੀ ਕਿਰਪਾ ਦੇ ਨਾਲ ਹੀ ਮਿਲਾਪ ਹੁੰਦਾ ਹੈ। ਗੁਰ ਦਾਤਾ ਜੁਗ ਚਾਰੇ ਹੋਈ। ਤੇ ਗੁਰ ਜਿਹੜਾ ਦਾਤਾ ਹੈ ਉਹ ਜੁਗਾਂ ਤੋਂ ਇੱਕੋ ਹੀ ਹੈ। ਚਾਰ ਜੁਗਾਂ ਤੋਂ ਹੀ ਗੁਰ ਇੱਕੋ ਹੀ ਹੈ। ਉਹੀ ਦਾਤਾ ਹੈ। ਗੁਰ ਦਾਤਾ ਗੁਰ ਹਿਵੈ ਕਰ। ਗੁਰ ਹੀ ਦਾਤਾ ਹੈ। ਉਹ ਸਾਨੂੰ ਅੱਜ ਤੋਂ ਨਹੀਂ, ਨਾਨਕ ਜੁਗ ਜੁਗ ਗੁਰ ਗੋਪਾਲਾ, ਜੁਗਾਂ ਤੋਂ ਇੱਕੋ ਹੀ ਹੈ। ਗੁਰ ਦਾਤਾ ਗੁਰ ਹਿਵੈ ਕਰ। ਗੁਰ ਦੀਪਕ ਤੇ ਲੋਏ, ਇਹੀ ਦੀਪਕ ਹੈ, ਸੰਸਾਰ ਦੇ ਵਿੱਚ ਚਾਨਣ ਦਿੰਦਾ ਹੈ। ਗੁਰਮੁਖ ਜਾਤ ਪਤ ਨਾਮੇ ਵਡਿਆਈ। ਗੁਰਮੁਖ ਦੇ ਵਾਸਤੇ ਸਾਰਾ ਕੁਛ ਨਾਮ ਹੈ, ਕਿਉਂਕਿ ਨਾਮ ਦੀ ਵਡਿਆਈ ਕਰਦੇ ਨੇ। ਜਿਹੜੇ ਵੀ ਗੁਰ ਨੂੰ ਲੈ ਕੇ ਕਮਾ ਲੈਂਦੇ ਨੇ, ਉਹਨਾਂ ਦੀ ਜਾਤ ਵੀ ਨਾਮ, ਪਤ ਵੀ ਨਾਮ, ਤੇ ਵਡਿਆਈ ਵੀ ਉਹ ਨਾਮ ਦੀ ਕਰਦੇ ਨੇ। ਏਦਾਂ ਫਿਰ ਜਿਹੜੇ ਜੀਵ ਗੁਰ ਲੈਂਦੇ ਨੇ, ਕਮਾਉਂਦੇ ਨੇ, ਮਾਲਕ ਦਇਆ ਕਰਦਾ ਹੈ, ਫਿਰ ਸਾਡਾ ਮਨ ਜਿਹੜਾ ਹੈ ਬਸ ਵਿੱਚ ਆਉਂਦਾ ਹੈ। ਗੁਰ ਦਾਤਾ ਗੁਰ ਹਿਵੈ ਕਰ। ਗੁਰ ਦੀਪਕ ਤੇ ਲੋਏ, ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਏਦਾਂ ਜਦੋਂ ਗੁਰ ਨੂੰ ਕਮਾਉਂਦੇ ਹਾਂ, ਮਨ ਵਸ ਵਿੱਚ ਆਉਂਦਾ ਹੈ। ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਤੇ ਫਿਰ ਮਨ ਦਾ ਸਾਰਾ ਕੁਛ ਕੀ ਹੈ? ਨਾਮ। ਮਨ ਦੇ ਵਾਸਤੇ ਨਾਮ, ਸਾਚਾ ਨਾਮ ਮੇਰਾ ਆਧਾਰ। ਫਿਰ ਅਸੀਂ ਨਾਮ ਨੂੰ ਆਧਾਰ ਬਣਾ ਲੈਂਦੇ ਹਾਂ।
साढ़े वास्ते नाम ही सारा कुछ है। नाम धन नामो रूप रंग, नामो सुख हर नाम का संग। नाम राजो जंतम ताने, मन तन नामे नाम समाने। उठत बैठत सोवत नाम, कहो नानक जन कै सद काम। सदा एक काम बोलो जस जेवा दिन रात, प्रभ अपने जन कीनी दात। प्रभु ने आप ये दात बख्शिश की, इस करके फिर उसकी सिफ सलाह करते हैं। जेहबा द्वारा सिफ सलाह कर करे प्रभ अपने जन कीनी दात करे ते फिर उस प्रभु की भगती करते हैं। चौह दे विच कोई बद्दा चट्टी नहीं, चौह दे विच करे भगत आत्म कह चाहे, प्रभ अपने सुर है समाए। गुरमुख जात पत नामे बड़ियाई, शहर की पुत्री बेदार गवाई। फिर आप असी उस दे सिफत सलाह करने वाले जदों हो जाते हैं, शायर कह देंदे हाँ। जदों प्रभु की सिफत सलाह करते हैं, जदों अपनी सिफत सलाह बख्शिश कर देंदा है नाम की बरकत दे नाल, फिर ये जिहड़ी माया है ये मन दे विचों निकल जाती है। ते फिर साडे अंदरों जो भी चतुराई है, भेख दिखावा जो भी है, वो साडे अंदरों खत्म हो जाता है। नानक बिन नावै झूठी चतुराई। इस करके समझाते ने कि नाम तो बिना जो भी असी सियाणप करते हाँ, अपने आप नूं दिखावा करते हाँ, झूठा है सारा कुछ। नाम तो बिना झूठा है। जेड़े जी फिर नाम दा जुड़ते ने ते उन्हां दा फिर मन अंदरों कपट खत्म हो जाता है, भेख खत्म हो जाता है। फिर वो सिर्फ उन्हां वास्ते नाम ही सारा कुछ है। नाम जात नाम पथ नाम दी वडियाई। आओ हुण आपां नाल नाल अभ्यास करते हाँ, ताकि जो ज्ञान है किवें आपां भेजना है मन नूं, किवें अपने जोत नूं जानना है, किवें अपने प्रकाश रूप नूं देखना है, किवें आपे दा ज्ञान लेना है। मन जो है वो नेत्रां दे विच है। दो नेत्र आपां सेवा की बनाउणी है, प्राणा दा आधार जितों श्वास आउंदा, क्योंकि उत्थे ध्यान लगाउणा है। महाराज समझाउंदे ने, जो सास ग्रास त्याए मेरा हर हर। हर है कि प्रकाश, प्रकाश ध्यान दे विच है, क्योंकि हर हर बोलण दे विच नहीं है, प्रकाश है ध्यान दे विच है। इस करके वो सानू आम जीवां नूं भरम दे विच पाउण वास्ते वो कह दिंदे ने श्वास ग्रास बोलना, लेकिन कहण दे विच आउंदा नहीं प्रभु, ध्यान दे विच है। इस करके ध्याना की है, देखना, उस थां ते दृष्टि सम करके देखना, उसनूं ध्याना कहंदे ने। सब तो पहला जिथों श्वास अंदर जांदा बाहर आउंदा उत्थे आपां ध्यान लगाउंदे हां। दोनां नेत्रां नूं एक दृष्टि इस पॉइंट ते करदे हां जिथों श्वास दे के सानूं जिंदा रख रहा है। इत्थे दृष्टि सम करनी है, इत्थे अपनी दृष्टि नूं फोकस करना है ते अपने आप नूं परखना है, अपने आप दा ज्ञान लेना है। इत्थे दृष्टि फोकस करन दे नाल आपां देखना है कि सानूं नक दिसदा जां नहीं दिसदा, क्योंकि जे असीं एक दृष्ट हाँ तो सानूं अपना नक नज़र नहीं आएगा।
जे दो दृष्ट हाँ फिर सानू अपना नख नजर आएगा। किसे नू सज्जे पास्यों नजर आउंदा है, किसे नू खब्बे पासे ते किसे नू दुवले। सज्जे पासे तमोगुण है, खब्बे रजोगुण ते विचाले सतोगुण है। ते एक दृष्ट जदों होवांगे उदों नहीं नजर आएगा। इन्ना पहला अपने आप नू आपां परखना है। इस पॉइंट ते ध्यान जोड़ के तां ਇਹ ਤੋਂ ਫਿਰ मैं आवाज़ देवांगा आप जी नू कि ध्यान सामने लेके आओ। फिर आपां सामने देखना है। ये तो फिर आवाज़ देवांगा कि ध्यान मस्तक दे सामने ले जाओ। पलका उत्ते चुका। फिर जदों कहांगा सामने, फिर वापस सामने, फिर जदों कहांगा सम करके देखो, फिर इस पॉइंट पे दृष्टि फोकस करके अपने आप नू देखना है। ते जे आपां पहला नक दिसदा सी जदों ध्यान लाया ते वापस जदों आख्या दिसणों हट गया ते समझ ला आपां एक दृष्ट हो गए। जां हल्का हल्का इस पासे एक परछाई टाइप खब्बे पासे भी नजर आउंदा है, फिर भी असी एक दृष्ट हाँ। ते फिर आपां नीचे जिमें जिमें समा होया आपां ध्यान लगावांगे। आओ पहला नेत्र सम करिए, दृष्टि इत्थे फोकस करके अपने आप नू देखिए, परखिए। सामने लेके आइए ध्यान। मस्तक दे सामने ले जाओ, पलका उत्ते चुका। फिर सामने लेके आओ। फिर सम करके देखो, दृष्टि फोकस करके अपने आप नू देखो। अगर कोई नवा जीव नक पहला दिसदा सी, हुण देखना है कि दिसनों हट गया। जे दिसनों हट गया तो एक दृष्ट हो गया। ध्यान नीचे ले जाओ।
नीचे जिथे भी आप बैठे, जो थल्ले भी विछाई है, जो भी है, फर्श है, चादर है, जो भी है, जिस ते आप बैठे हाँ, बैड ते बैठे हाँ, जिवें चादर विछी है, उस तो थोड़ा ऊपर देखने की कोशिश करनी है। धरती तो ऊपर देखने की कोशिश करनी है, चादर तो उत्ते देखने की कोशिश करनी है। उत्थे सानू प्रकाश, जिमें पानी दी लहरां हुंदियां, इदां प्रकाश की हलचल अनुभव होनी शुरू होएगी, जिसनों आपां ध्यान लगाउणा है, जिस विच ध्याना है, देखना है। फिर सम करके देखिए अपने आप नूं। फिर नीचे लै जाओ ध्यान।
फिर नीचे ले जो ध्यान। सम करके देखिए फिर अपने आप ਨੂੰ। फिर नीचे ले जो ध्यान।
सामने लेके आइए ध्यान। मस्तक दे सामने लै जो ध्यान, पलका उत्ते चुक दो। फिर सामने लेके आइए।
नीचे लै जो ध्यान। सम करके देखिए अपने आप को। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपां अभ्यास करांगे ते मन भिज जाएगा नाम दे विच, शब्द दे विच, ते फिर ही साडा जन्म मरण तो छुटकारा होएगा। फिर ही 84 लाख जूना तो मुक्त होवांगे। इस अभ्यास दे नाल की होएगा कि सानू अपना मुख प्रकाश दिसना शुरू हो जाएगा। साडा प्रकाश हो जाएगा, उजल हो जाएगा। अपने प्रकाश रूप नू असी देख के ते सामने जो हर थां जरे जरे कण कण विच परमेश्वर वसदा है, उस दे आपां दर्शन कर सकते हाँ ते उसका रूप हो सकते हाँ। आपा ते प्रभु एक रूप हो जाते हाँ, लेकिन ताई होंदे जद आपा आकार खत्म होके साडा प्रकाश रूप सानू नजर आउंदा है। जद तक साडा अपना आकार दिसदा है उन्नी देर प्रभु नहीं दिसदा, क्योंकि उदों तक असी अपने आप नू अलग समझते हाँ। फिर जदों आपा खत्म हो जाता फिर वही है, जब हम होते तब तू नाही, अब तू ही मैं नाही। फिर वही रह जाता, आपा खत्म हो जाता है। सो इस तरीके नाल अपना जिहड़ा भरम दूर होंदा है ते साडा संसार दे विच आया सफल होंदा है ते मन निर्मल हो जाता है। मन दा सूत खत्म हो जाता है। नेत्र संतोखे जाते ने लिव जोड़ के ते दूजा पाओ गवा के मन संतोख्या जाता है। नित संतोखे के लिव लाए, मन संतोख्या दूजा पाओ गवाए। सो प्यारिओ, इन्नी क विचार करते हैं बहुत सारिया भुलां हो जांदियां हन। आप संगत सतगुरु जी बख्शन जोग हो, बख्श लेना जी। वाहिगुरु जी का खालसा, वाहिगुरु जी की फतेह।